ਮੇਰੀ ਗੋਰੇ ਨਾਲ ਲੜਾਈ ਹੋ ਗਈ ਕੰਮ ਤੇ। ਤੁਹਾਨੂੰ ਪਤਾ ਹੈ ਗੋਰੇ ਜਿਹੜੇ ਨੇ ਬੜੇ ਗੁੱਸੇ ਦੇ ਤੇਜ਼ ਹੁੰਦੇ ਨੇ। ਜਿੰਨੀ ਦੇਰ ਤੱਕ ਬੰਦੇ ਨੂੰ ਮਾਰ ਨਾ ਲੈਣ ਇਤਨੀ ਦੇਰ ਉਹਨਾਂ ਦਾ ਗੁੱਸਾ ਨਹੀਂ ਜਾਂਦਾ। ਮੈਂ ਮਿਸਤਰੀ ਸਾਂ, ਉਹ ਮਜ਼ਦੂਰ ਸੀ। ਸਵੇਰ ਦੇ ਟਾਈਮ ਤੇ ਮੈਂ ਆਪਣੇ ਪੂਰੇ ਟਾਈਮ ਤੇ ਕੰਮ ਤੇ ਆ ਜਾਂਦਾ ਸਾਂ, ਉਹ ਜਿਹੜਾ ਕਾਫੀ ਲੇਟ ਆਉਂਦਾ ਸੀ। ਮੈਂ ਜਾ ਕੇ ਸਿਮਟ ਬਣਾ ਕੇ ਇੱਟਾਂ ਆਪਣੇ ਕੋਲ ਰੱਖ ਕੇ ਤੇ ਕੰਮ ਸ਼ੁਰੂ ਕਰ ਦਿੰਦਾ ਸਾਂ। ਲੇਕਿਨ ਉਹ ਬੜੇ ਆਰਾਮ ਸਕੂਨ ਨਾਲ ਆ ਕੇ ਬਹਿ ਕੇ ਸਿਗਰਟ ਪੀ ਕੇ ਥੋੜੀ ਡਰਿੰਕ ਵਗੈਰਾ ਕਰਕੇ ਫਿਰ ਆ ਕੇ ਕੋਈ ਦੋ ਚਾਰ ਇੱਟਾਂ ਮੈਨੂੰ ਦਿੰਦਾ ਸੀ। ਫਿਰ ਪਸੀਨੋ ਪਸੀਨ ਹੋ ਕੇ ਫਿਰ ਸਾਈਡ ਤੇ ਹੋ ਕੇ ਬਹਿ ਰਹਿੰਦਾ ਸੀ। ਉਹਦੇ 'ਚ ਇੱਕ ਬੁਰੀ ਆਦਤ ਸੀ, ਉਹ ਜਿਸ ਵੇਲੇ ਆਉਂਦਾ ਸੀ ਆ ਕੇ ਜਿਹੜਾ ਨਸ਼ਾ ਕਰਦਾ ਸੀ ਉਹ ਵੀ ਪਾਊਡਰ ਦਾ। ਮੈਂ ਉਹਨੂੰ ਸਮਝਾਉਂਦਾ ਸਾਂ, ਮੈਂ ਕਿਹਾ ਕੰਮ ਤੇ ਨਾ ਕਰਿਆ ਕਰ, ਕਿਰੇ ਤੂੰ ਗੋ ਤੂੰ ਢਹਿ ਪਿਆ, ਤੇਰਾ ਦਿਮਾਗ ਇੰਝ ਹੀ ਫਿਰ ਜਾਣਾ, ਤੈਨੂੰ ਸਮਝ ਕੋਈ ਨਹੀਂ ਆਉਣੀ। ਉਹ ਕਹਿੰਦਾ ਤੂੰ ਰਹਿਣ ਦੇ, ਤੈਨੂੰ ਨਹੀਂ ਪਤਾ ਇਹਦੇ 'ਚ ਕੀ ਮਜ਼ਾ। ਮੈਂ ਕਿਹਾ ਮੈਨੂੰ ਸਾਰਾ ਪਤਾ ਹੈ, ਮੈਂ ਵੀ ਕਰਦਾ ਰਿਹਾ। ਕਹਿੰਦਾ ਨਹੀਂ ਤੂੰ ਝੂਠ ਮਾਰਨੇ। ਮੈਂ ਕਿਹਾ ਨਹੀਂ ਮੈਂ ਤੈਨੂੰ ਦੱਸਣਾ ਨਹੀਂ ਹੈ, ਲੇਕਿਨ ਮੈਂ ਸ਼ਾਮਾਂ ਦੇ ਟਾਈਮ ਤੇ ਰੋਜ਼ਾਨਾ ਜਾ ਕੇ ਕਰਨਾ ਹੈ। ਵੀ ਮੇਰੇ ਦਿਮਾਗ 'ਚ ਸ਼ੈਤਾਨੀ ਆਈ। ਮੈਨੂੰ ਕਹਿੰਦਾ ਕਿ ਮੇਰੇ ਕੋਲ ਲਾਇਸੈਂਸ ਕੋਈ ਨਹੀਂ, ਚੱਲ ਜਿਹੜਾ ਮੈਂ ਪੂੜੀ ਲੈ ਕੇ ਆਉਣੀ ਹੈ ਮੇਰੇ ਨਾਲ ਚੱਲ। ਮੈਂ ਕਿਹਾ ਮੈਂ ਨਹੀਂ ਜਾਣਾ, ਮੈਂ ਤੇ ਕੰਮ ਤੇ ਹੀ ਰਹਿਣਾ, ਮੈਂ ਕੰਮ ਛੱਡ ਕੇ ਨਹੀਂ ਜਾਣਾ। ਕਹਿੰਦਾ ਨਹੀਂ ਤੂੰ ਮੇਰੇ ਨਾਲ ਚੱਲ। ਉਹਨੇ ਮੈਨੂੰ ਜ਼ਬਰਦਸਤੀ ਆਪਣੇ ਨਾਲ ਲਿਆ। ਮੈਂ ਗਿਆ ਜਿਸ ਵੇਲੇ ਉੱਥੇ ਸ਼ਹਿਰ 'ਚ ਜਾ ਕੇ ਉੱਤੇ ਫਿਰ ਕੇ ਉਹ ਬੰਦਾ ਕੌਣ ਆਇਆ। ਅੱਧੇ ਘੰਟੇ ਬਾਅਦ ਜਿਸ ਵੇਲੇ ਵਾਪਸ ਆਏ ਤੇ ਅੱਗੇ ਮਾਲਕ ਵੀ ਆ ਕੇ ਖਲੋਤਿਆ। ਕਹਿੰਦਾ ਕਿੱਧਰ ਗਏ ਸੋ? ਮੈਂ ਕਿਹਾ ਜਰਾ ਮਾਰਕੀਟ ਗਿਆ ਸਾਂ ਥੋੜਾ ਜਿਹਾ ਸਮਾਨ ਲੈਣ। ਉਹ ਕਹਿੰਦਾ ਚਲੋ ਸਹੀ ਹੈ ਕੋਈ ਨਹੀਂ ਤੇ ਕੰਮ ਕਰੋ। ਕਹਿੰਦਾ ਕੰਮ ਉਸ ਵੇਲੇ ਕਰਨ ਲੱਗ ਪਏ। ਮੈਨੂੰ ਕਹਿੰਦਾ ਤੂੰ ਝੂਠ ਮਾਰਨੇ, ਤੂੰ ਨਸ਼ਾ ਵਗੈਰਾ ਨਹੀਂ ਕਰਦਾ। ਮੈਂ ਕਿਹਾ ਮੈਂ ਕਰਨਾ, ਲੇਕਿਨ ਮੈਂ ਇੱਥੇ ਕੰਮ ਤੇ ਨਹੀਂ ਕਰਦਾ। ਕਹਿੰਦਾ ਮੈਨੂੰ ਸ਼ੌਕ ਕਰਾ। ਮੇਰੇ ਦਿਮਾਗ ਸ਼ੈਤਾਨੀ ਆਈ। ਮੈਂ ਰੋਟੀ ਵਲੇਟ ਕੇ ਖੜਦਾ ਸਾਂ, ਜਿਹੜੀ ਕਲੀ ਹੈ ਨਾ ਮੈਂ ਲਾ ਕੇ ਥੋੜੀ ਜੀ ਉਹ ਦੀਵਾਰ ਨਾਲ ਜਿਹੜਾ ਚਿੱਟਾ ਚੂਨਾ ਲੱਗਿਆ ਨਾ ਮੈਂ ਥੋੜਾ ਭੋਰ ਕੇ ਨਾ ਕਲੀ 'ਚ ਰੱਖ ਕੇ ਨਾ ਤੇ ਫਿਰ ਆਪਣੇ ਬਟੂਏ 'ਚ ਪਾ ਲਿਆ। ਮੈਨੂੰ ਬਾਰ-ਬਾਰ ਆਖੇ ਕਿ ਦਿਖਾ ਮੈਨੂੰ ਕੋਈ ਸਬੂਤ ਦੇ। ਮੈਂ ਜਿਸ ਵੇਲੇ ਉਹਨੂੰ ਕੱਢ ਕੇ ਨਾ ਬਟੂਏ 'ਚ ਕਲੀ ਦਿਖਾਈ, ਮੈਂ ਕਿਹਾ ਇਹ ਵੇਖ ਮੇਰੇ ਕੋਲ ਪੂੜੀ ਹੈ। ਕਹਿੰਦਾ ਨਹੀਂ ਉਹਰਾ ਮੈਨੂੰ ਦਿਖਾ, ਮੈਂ ਚੈੱਕ ਕਰਾਂ, ਤੂੰ ਝੂਠ ਮਾਰ। ਮੈਂ ਕਿਹਾ ਮੈਂ ਝੂਠ ਨਹੀਂ ਮਾਰਦਾ, ਉਹਨੇ ਮੈਂ ਤੈਨੂੰ ਤਕਾ ਤੇ ਦਿੱਤੀ ਹੈ, ਮੈਂ ਸ਼ਾਮੀ ਜਾ ਕੇ ਪੂਰਾ ਇੰਜੋਏ ਕਰਾਂ। ਕਹਿੰਦਾ ਨਹੀਂ ਮੈਨੂੰ ਦਿਖਾ, ਮੈਨੂੰ ਫੇਰ ਯਕੀਨ ਆਵੇਗਾ। ਮੈਂ ਕਿਹਾ ਨਹੀਂ ਮੈਂ ਨਹੀਂ ਦਿਖਾਣੀ। ਜਿਸ ਵੇਲੇ ਉਹਨੇ ਜ਼ਿਆਦਾ ਜ਼ਿੱਦ ਕੀਤੀ ਮੈਂ ਕਿਹਾ ਗੱਲ ਸੁਣ, ਜਿਸ ਵੇਲੇ ਬ੍ਰੇਕ ਦਾ ਟਾਈਮ ਹੋਵੇਗਾ ਨਾ ਇੰਜ ਕਰਾਂਗੇ, ਦੋ ਲੈਣਾ ਇਹਦੀਆਂ ਬਣਾਵਾਂਗੇ ਪਾਊਡਰ ਦੀਆਂ, ਇੱਕ ਜਿਹੜੀ ਹੈ ਮੈਂ ਛਿੱਕਾਂਗਾ ਤੇ ਇੱਕ ਤੂੰ ਛਿੱਕੇਗਾ। ਕਹਿੰਦਾ ਲੇਕਿਨ ਮੈਨੂੰ ਜਿਹੜੀ ਹੈ ਨਾ ਲੰਮੀ ਲਾਈਨ ਬਣਾ ਕੇ ਦੇਣੀ, ਮੈਂ ਤੱਕਣਾ ਚਾਹਨਾ ਤੂੰ ਕਿਸ ਤਰ੍ਹਾਂ ਦੀ ਕੁਆਲਿਟੀ ਲੈ ਕੇ ਆਏ। ਮੈਂ ਕਿਹਾ ਚੱਲ ਸਹੀ ਹੈ ਤੇਰੀ ਮਰਜ਼ੀ, ਲੇਕਿਨ ਅੱਗੂ ਜੇ ਤੂੰ ਲੈ ਕੇ ਆਉਣੀ ਹੈ ਤੇ ਮੈਨੂੰ ਵੀ ਤੂੰ ਚੈੱਕ ਕਰਨੀ। ਕਹਿੰਦਾ ਠੀਕ ਹੈ ਮੈਂ ਤੈਨੂੰ ਚੈੱਕ ਕਰਾ ਦਿਆਂਗਾ। ਉਹ ਜਨਾਬ ਹੈ ਜਿਸੇ ਬ੍ਰੇਕ ਦਾ ਟਾਈਮ ਹੈ ਮੇਰੇ ਮਗਰ ਲੱਗੀ ਆ ਕਿ ਚੱਲ ਨਾ ਚੱਲ। ਮੈਂ ਕਿਹਾ ਠਹਿਰ ਜਾ, ਮੈਨੂੰ ਰੋਟੀ ਤੇ ਖਾ ਲੈਂਦੇ। ਕਹਿੰਦਾ ਰੋਟੀ ਤੂੰ ਪਹਿਲਾਂ ਸਹੀ ਹੈ। ਮੈਂ ਕਿਹਾ ਨਹੀਂ ਰੋਟੀ ਮੈਨੂੰ ਖਾ ਲੈਂਦੇ ਫਿਰ ਕਰਨੇ ਆ। ਉਹ ਜਨਾਬ ਸੇ ਰੋਟੀ ਛੁੱਟੀ ਖਾ ਰਹੇ। ਮੈਂ ਕਿਹਾ ਲੈ ਪਹਿਲਾਂ ਜਿਹੜਾ ਮੈਂ ਪਹਿਲੀ ਲੈਂਡ ਛਿਕਣਾ ਫਿਰ ਤੂੰ ਛਿਕੀ। ਕਹਿੰਦਾ ਸਹੀ ਹੈ। ਕਹਿੰਦਾ ਲਿਆ ਮੈਨੂੰ ਟੇਸਟ ਤੇ ਕਰਨ ਦੇ ਅੱਜ ਉਂਗਲ ਨਾਲ ਲਾ ਕੇ। ਮੈਂ ਕਿਹਾ ਸਬਰ ਕਰ ਜਾ, ਟੇਸਟ ਨਹੀਂ ਤੂੰ ਛਿਕੇਗਾ ਤੈਨੂੰ ਆਪੇ ਪਤਾ ਲੱਗ ਜਾਏਗਾ। ਉਹ ਜਨਾਬ ਇੰਜ ਹੋਇਆ ਮੈਂ ਦੋ ਲੈਣਾ ਬਣਾਈਆਂ। ਇੱਕ ਲੈਣ ਜਿਹੜੀ ਹੈ ਨਾ ਮੈਂ ਸਾਈਡ ਤੇ ਕਰਕੇ ਨਾ ਤੇ ਉਹਦੇ ਥੋੜਾ ਜਿਹਾ ਉਂਗਲ ਨਾਲ ਮੈਂ ਲਾ ਕੇ ਨਾ ਆਪਣੇ ਨੱਕ ਨਾਲ ਲਾਇਆ। ਮੈਂ ਕਿਹਾ ਓਹੋ ਮੇਰੇ ਦਿਮਾਗ ਚੜ ਗਿਆ, ਹੁਣ ਬੜਾ ਸਕੂਨ ਆਇਆ, ਜ਼ਰਾ ਬੜੀ ਤੇਜ਼ ਹੈ। ਕਹਿੰਦਾ ਅੱਛਾ ਭਰਾ ਹੁਣ ਜ਼ਰਾ ਮੈਂ ਲਾਵਾਂ। ਉਹ ਜਿਸ ਵੇਲੇ ਉਹਨੇ ਲਿਆ ਨਾ ਉਸੇ ਟਾਈਮ ਲੈਂਦੇ ਆ ਜ਼ਾਰੀ ਗੱਲ ਉਹ ਨਸ਼ਾ ਕਰਦਾ ਸੀ, ਉਹਨੂੰ ਪਤਾ ਸੀ ਉਹਦੇ ਨੱਕ ਨੂੰ ਜਿਹੜਾ ਸਾਰਾ ਚੂਨਾ ਚੜ ਗਿਆ, ਉਹ ਮਿੱਟੀ ਚੜ ਗਈ। ਜਿਸ ਵੇਲੇ ਚੜੀ ਤੇ ਉਹ ਜਨਾਬ ਰੋਲਾ ਪਾਉਣ ਲੱਗ ਪਿਆ, ਮੈਨੂੰ ਗਾਲਾਂ ਕੱਢਣ ਲੱਗ ਪਿਆ ਤੇ ਮੇਰੇ ਮਗਰ ਲੱਗ ਗਿਆ। ਮੈਂ ਜਿਹੜਾ ਨਾ ਉਹ ਗੋ ਦੇ ਉੱਤੇ ਚੜ ਗਿਆ। ਮੋਟਾ ਸੀ ਉਹ, ਗੋ ਦੇ ਉੱਤੇ ਤੇ ਚੜ ਨਹੀਂ ਸੀ ਸਕਦਾ। ਉਹਨੇ ਇੰਜ ਕੀਤਾ ਜਿਹੜਾ ਮੇਰੇ ਵਾਸਤੇ ਉਹਨੇ ਸਿਮਟ ਬਣਾਇਆ ਸੀ ਨਾ ਚਿੱਟੇ ਜਿਹੇ ਰੰਗ ਦਾ, ਉਹ ਉਹਨੇ ਮੈਨੂੰ ਮਾਰਿਆ ਤੇ ਮੇਰੇ ਕੱਪੜਿਆਂ ਤੇ ਆ ਕੇ ਲੱਗਾ। ਮੈਨੂੰ ਬੜਾ ਵੱਟ ਚੜਿਆ ਕਿ ਇਹਨੇ ਮੈਨੂੰ ਸਿਮਟ ਮਾਰਿਆ। ਅੱਗੂ ਇੰਜ ਮੈਂ ਤਾਂ ਮਜ਼ਾਕ ਕੀਤਾ ਸੀ, ਜ਼ਾਹਰੀ ਗੱਲ ਹੈ। ਅੱਗੂ ਓਲੇ ਸੀ ਤੇ ਮੈਂ ਨਾ ਹੱਥ ਵਿੱਚ ਚਿੱਟਾ ਸਿਮਟ ਜਿਹੜਾ ਫੜ ਲਿਆ, ਜੂ ਮੇਰੇ ਸਾਹਮਣੇ ਆ ਮੈਂ ਮਾਰਿਆ ਸਿਮਟ ਤੇ ਸਿੱਧਾ ਉਹਦੇ ਮੂੰਹ ਵਿੱਚ। ਚੰਗਾ ਮੋਟਾ ਸੀ ਉਹਦੇ ਮੂੰਹ ਹੀ ਟੁੱਟ ਗਿਆ ਸਿੱਧਾ। ਉਹਨੂੰ ਜਨਾਬ ਹੋਰ ਵੱਟ ਚੜ ਗਿਆ। ਉਹ ਜਿਹੜੀ ਗੋ ਤੇ ਮੈਂ ਖਲੋਤਿਆ ਸੀ ਉਹਨੂੰ ਜ਼ੋਰ ਦਾ ਛਿੱਕਣ ਲੱਗ ਪਿਆ। ਮੈਨੂੰ ਗਾਲਾਂ ਕੱਢ ਕੇ ਕਹਿੰਦਾ ਮੈਨੂੰ ਥੱਲੇ ਟਾਲ, ਮੈਂ ਤੈਨੂੰ ਛੱਡਣਾ ਨਹੀਂ, ਆਈ ਮੈਂ ਤੈਨੂੰ ਮਾਰ ਦੇਣਾ। ਉਹ ਨਾਲ ਹੀ ਪਰਾਂ ਉੱਤਲੇ ਦਰਵਾਜ਼ਾ ਸੀ, ਉਹਨੂੰ ਮੈਂ ਖੋਲ ਕੇ ਪਰਾਂ ਟੁਰ ਗਿਆ ਤੇ ਮੈਂ ਕੁੰਡੀ ਲਾ ਲਈ ਉਹਨੂੰ। ਉਹਨੇ ਜਨਾਬ ਗੋ ਸਾਰੀ ਜਿਹੜੀ ਹੈ ਥੱਲੇ ਸੱਟ ਦਿੱਤੀ ਤੇ ਦਰਵਾਜ਼ਾ ਮੇਰਾ ਭੰਨਣ ਲੱਗ ਪਿਆ ਕਿ ਤੂੰ ਥੱਲੇ ਆ, ਬਾਹਰ ਆ ਤੇ ਮੈਂ ਤੈਨੂੰ ਛੱਡਣਾ ਨਹੀਂ। ਮੈਂ ਜੀ ਕੀਤਾ ਪਰਲੀ ਸਾਈਡ ਤੇ ਬਾਲਕਨੀ ਸੀ, ਮੈਂ ਡਰ ਗਿਆ। ਮੈਂ ਬਾਲਕਨੀ ਸੀ ਤੂੰ ਥੱਲੇ ਜਿਹੜਾ ਰੋਡ ਤੇ ਟੁਰ ਗਿਆ। ਮੈਂ ਜਾ ਕੇ ਉਹਨੂੰ ਆਵਾਜ਼ ਮਾਰੀ, ਮੈਂ ਕਿਹਾ ਮੈਂ ਚੱਲਾਂ ਹੁਣ, ਮੈਂ ਅੱਜ ਕੰਮ ਨਹੀਂ ਕਰਨਾ। ਉਹ ਮੈਨੂੰ ਆਵਾਜ਼ਾਂ ਮਾਰਦਾ ਪਿਆ, ਗੱਲ ਸੁਣ ਮੈਂ ਨਹੀਂ ਤੇਰੇ ਨਾਲ ਲੜਦਾ, ਤੂੰ ਵਾਪਸ ਆ। ਮੈਂ ਕਿਹਾ ਨਹੀਂ ਤੂੰ ਮੇਰੇ ਨਾਲ ਲੜਾਈ ਕਰਨੀ ਹੈ, ਮੈਂ ਤੇਰੇ ਨਾਲ ਲੜਾਈ ਨਹੀਂ ਕਰ ਸਕਦਾ। ਅੱਗੂ ਨੇ ਆਪਣੀ ਅੰਮਾ ਦੀ ਕਸਮ ਖਾਦੀ ਕਿ ਮੈਂ ਜਿਹੜਾ ਤੈਨੂੰ ਨਹੀਂ ਮਾਰਨ ਲੱਗਾ, ਨਾ ਹੀ ਤੇਰੇ ਨਾਲ ਲੜਾਈ ਕਰਾਂ, ਤੂੰ ਵਾਪਸ ਆ। ਮੈਂ ਜਿਸ ਵੇਲੇ ਵਾਪਸ ਆਇਆ ਮੈਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਕੀਤਾ ਗਲਤ ਹੈ, ਲੇਕਿਨ ਤੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ, ਤੂੰ ਇੰਜ ਕਰ ਮੈਨੂੰ 50 ਯੂਰੋ ਦੇ। ਮੈਂ ਕਿਹਾ ਮੈਂ ਤੈਨੂੰ 50 ਯੂਰੋ ਕਿੱਥੋਂ ਦਿਆਂ, ਮੇਰੇ ਕੋਲ ਨਹੀਂ ਹੈ। ਉਹਨੇ ਕਿਹਾ ਦੇ ਤੇ ਮੈਂ ਤੈਨੂੰ ਜਿਹੜਾ ਹੁਣ ਤਨਖਾਹ ਲੱਭੇਗੀ ਦੇ ਦਿਆਂਗਾ, ਮੈਂ ਲੈ ਕੇ ਆਉਣਾ ਮਾਲ, ਮੇਰੇ ਕੋਲ ਪੈਸੇ ਨਹੀਂ ਹੈ, ਮੈਂ ਕਿਰਾਇਆ ਵੀ ਦੇਣਾ। ਮੈਂ ਕਿਹਾ ਨਹੀਂ ਮੈਂ ਨਹੀਂ ਦੇਣੇ ਤੈਨੂੰ। ਉਹ ਜਨਾਬ ਮੇਰੇ ਮਗਰ ਪੈ ਗਿਆ ਤੇ ਜ਼ਬਰਦਸਤੀ ਮੇਰੇ ਕੋਲੋਂ 50 ਯੂਰੋ ਨੇ ਲੈ ਲਏ। ਜਿਸ ਵੇਲੇ 50 ਯੂਰੋ ਲੈ ਅੱਗੂ ਕਹਿੰਦਾ ਮੈਂ ਮਕਾਨ ਦਾ ਕਿਰਾਇਆ ਦੇਣਾ, ਮੈਨੂੰ ਹੋਰ ਪੈਸੇ ਦੇ। ਮੈਂ ਕਿਹਾ ਹੋਰ ਤੈਨੂੰ ਮੈਂ ਕਿੱਥੋਂ ਦਿਆਂ? ਉਹਨੂੰ ਪਤਾ ਲੱਗ ਗਿਆ
ਇਹ ਤੇ ਡਰ ਗਿਆ। ਮੈਂ ਕਿਹਾ ਗੱਲ ਸੁਣ, ਮੇਰੇ 50 ਯੂਰੋ ਤੂੰ ਵਾਪਸ ਕਰਨੇ ਨੇ, ਮੈਂ ਤੈਨੂੰ ਛੱਡਣੇ ਨਹੀਂ ਆਉਂਦਾ, ਮੇਰੇ ਕੋਲ ਕੋਈ ਨਹੀਂ ਹੈ, ਜੇ ਲੈਣੇ ਨਹੀਂ ਤੇ ਲੈ ਲੈ। ਅੱਗੂ ਮਾਲਕ ਆਇਆ ਦੂਸਰੇ ਦਿਨ, ਉਹ ਆ ਕੇ ਜਿਸਲੇ ਤੇ ਤਨਖਾਹ ਵਾਸਤੇ ਗੱਲਬਾਤ ਕਰਦਾ, ਮੈਂ ਉਹਨੂੰ ਆਖਿਆ ਕਿ ਇਸ ਤਰ੍ਹਾਂ ਇਹਨੇ ਮੇਰੇ ਕੋਲ 50 ਯੂਰੋ ਲੈ ਰਹੇ ਤੇ ਤੂੰ ਉਹ 50 ਯੂਰੋ ਮੈਨੂੰ ਦੇਈ, ਕਿਉਂਕਿ ਇਹਨੇ ਆਖਿਆ ਸੀ ਜਿਸਲੇ ਤੂੰ ਆਵੇਂਗਾ ਤੇ ਮੈਂ ਲੈ ਕੇ ਦਿਆਂਗਾ। ਉਹਨੇ ਆਖਿਆ ਵਾਕਈ ਇਹ ਗੱਲ ਆਂਦਾ, ਬਿਲਕੁਲ ਮੈਂ ਇਹਦੇ ਕੋਲ ਲੈ ਨਹੀਂ, ਲੇਕਿਨ ਅਗਲੇ ਮਹੀਨੇ ਦਿਆਂਗਾ। ਮੈਂ ਕਿਹਾ ਨਹੀਂ, ਇਹਨੇ ਆਖਿਆ ਸੀ ਐਸੇ ਮਹੀਨੇ ਦਿਆਂਗਾ। ਉਹ ਜਨਾਬ ਮਾਲਕ ਨੇ ਮੈਨੂੰ 50 ਯੂਰੋ ਦੇ ਦਿੱਤੇ। ਉਸ ਤੋਂ ਬਾਅਦ ਉਹ ਮੇਰੇ ਵੱਲ ਬਾਰ-ਬਾਰ ਗੁੱਸੇ ਨਾਲ ਤੱਕੇ, ਉਹ ਆਂਦਾ ਮੇਰੇ ਕੋਲ ਇਸ ਵਾਰੀ ਪੈਸੇ ਕੋਈ ਨਹੀਂ ਆ, ਤੇਰੀ ਮਿਹਰਬਾਨੀ 50 ਯੂਰੋ ਮੈਨੂੰ ਵਾਪਸ ਕਰ। ਮੈਂ ਕਿਹਾ ਮੈਂ ਨਹੀਂ ਦੇਣੇ, ਤੂੰ ਜੇ ਕੋਈ ਗੱਲ ਕੀਤੀ ਮੈਂ ਮਾਲਕ ਨੂੰ ਕਾਲ ਕਰਕੇ ਦੱਸ ਦੇਣਾ ਕਿ ਤੂੰ ਇਹ ਕੰਮ ਕਰਨਾ ਕੰਮ ਤੇ। ਅੱਗੂ ਮੈਨੂੰ ਕਹਿੰਦਾ ਨਾ ਨਾ ਇਹ ਗੱਲ ਨਾ ਕਰੀ, ਨਹੀਂ ਤੇ ਮੇਰਾ ਕੰਮ ਜਾਂਦਾ ਰਹੇਗਾ, ਮੈਨੂੰ ਅੱਗੇ ਬੜੇ ਮਸਲੇ ਨੇ, ਮੈਂ ਪੈਸੇ ਦੇਣੇ ਨੇ। ਮੇਰੀ ਸਹੇਲੀ ਵੀ ਜਿਹੜੀ ਹੈ ਉਹ ਮੈਨੂੰ ਛੱਡ ਕੇ ਟੁਰ ਗਈ ਸੀ, ਹੁਣ ਦੁਬਾਰਾ ਉਹਨੂੰ ਮੈਂ ਵਾਪਸ ਆਪਣੇ ਕੋਲ ਮੰਗਾਇਆ ਤੇ ਤੂੰ ਮਾਲਕ ਨਾਲ ਨਾ ਗੱਲ ਕਰੀ। ਮੈਂ ਕਿਹਾ ਮੈਂ ਨਹੀਂ ਮਾਲਕ ਨਾਲ ਗੱਲ ਕਰਦਾ, ਤੂੰ ਮੇਰੇ ਨਾਲ ਲੜਾਈ ਨਾ ਕਰ, ਤੂੰ ਅਗਰ ਕੰਮ ਨਹੀਂ ਕਰਨਾ ਬੇਸ਼ੱਕ ਨਾ ਕਰ, ਮੈਂ ਆਪੂ ਇੱਟਾਂ ਵੀ ਲੈ ਲਾਂਗਾ, ਸਿਮਟ ਵੀ ਲੈ ਲਾਂਗਾ, ਲੇਕਿਨ ਤੂੰ ਆਰਾਮ ਸਕੂਨ ਇੱਥੇ ਬੈਠਾ ਰਹਿ। ਕਹਿੰਦਾ ਠੀਕ ਹੈ, ਮੈਂ ਤੇਰੀ ਥੋੜੀ ਬਹੁਤ ਮਦਦ ਕਰ ਦਿਆ ਕਰਾਂਗਾ, ਲੇਕਿਨ ਇਹ ਹੈ ਕਿ ਤੂੰ ਮਾਲਕ ਨਾਲ ਕੋਈ ਗੱਲ ਨਹੀਂ ਕਰਨੀ। ਮੈਂ ਠੀਕ ਹੈ, ਮੈਂ ਨਹੀਂ ਮਾਲਕ ਨਾਲ ਗੱਲ ਕਰਦਾ। ਉਹ ਜਿਹੜਾ ਥੋੜਾ ਜਿਹਾ ਅਰਸਾ ਗੁਜ਼ਰਿਆ, ਮੋਟਾ ਢੇਰ ਸੀ, ਉਹਦੇ ਲੱਕ 'ਚ ਦਰਦ ਹੋ ਗਿਆ, ਉਹ ਕੰਮ ਤੇ ਨਹੀਂ ਸੀ ਆਉਂਦਾ। ਮੈਨੂੰ ਕਾਲ ਕਰਦਾ ਸੀ, ਮੈਨੂੰ ਕਹਿੰਦਾ ਸੁਣਾ ਕੰਮ ਤੇ ਲੱਗੇ? ਮੈਂ ਕਿਹਾ ਬਿਲਕੁਲ ਲੱਗੇ ਆ, ਉਸੇ ਮਾਲਕ ਕੋਲ ਲੱਗੇ। ਕਹਿੰਦਾ ਮੇਰੀ ਤੇ ਕਮਰ 'ਚ ਦਰਦ ਹੋ ਗਿਆ, ਇਸ ਵਜ੍ਹਾ ਤੂੰ ਜਿਹੜਾ ਨਾ ਮੈਂ ਹੁਣ ਜਿਹੜਾ ਕੰਮ ਤੇ ਨਹੀਂ ਆਉਂਦਾ। ਮੈਨੂੰ ਕਹਿੰਦਾ ਕਿ ਮੈਂ ਜਿਸੇ ਤੇਰੀ ਗੱਲ ਯਾਦ ਕਰਨਾ ਨਾ, ਜਿਹੜਾ ਤੂੰ ਮੇਰੇ ਨਾਲ ਡਰਾਮਾ ਲਾਇਆ, ਮੈਨੂੰ ਗੁੱਸਾ ਵੀ ਆਉਂਦਾ ਤੇ ਹਾਸਾ ਵੀ ਆਉਂਦਾ ਕਿ ਕਿੰਨਾ ਤੂੰ ਦਿਮਾਗ ਇਸਤੇਮਾਲ ਕੀਤਾ। ਮੈਂ ਕਿਹਾ ਮੇਰੇ ਦਿਮਾਗ 'ਚ ਐਵੇਂ ਸ਼ੈਤਾਨੀ ਆਈ ਸੀ ਤੇ ਉਹ ਇਸ ਵਜ੍ਹਾ ਤੋਂ ਮੈਂ ਤੇਰੇ ਨਾਲ ਇਸ ਤਰ੍ਹਾਂ ਦਾ ਕੰਮ ਕੀਤਾ। ਕਦੇ ਕਦੇ ਇੰਝ ਵੀ ਹੁੰਦਾ ਹੈ, ਬੰਦਾ ਸੋਚਦਾ ਨਹੀਂ ਕਿ ਇਸ ਤਰ੍ਹਾਂ ਦਾ ਕੰਮ ਬੰਦਾ ਕਰ ਜਾਏਗਾ, ਲੇਕਿਨ ਇਸ ਤਰ੍ਹਾਂ ਦਾ ਬੰਦਾ ਕਰ ਜਾਂਦਾ ਹੈ। ਮੈਂ ਉਹਦੇ ਨਾਲ ਬਸ ਥੋੜਾ ਜਿਹਾ ਡਰਾਮਾ ਕੀਤਾ, ਸ਼ੋਲ ਮੇਲਾ ਕੀਤਾ ਤੇ ਉਹ ਗੱਲ ਵੱਧ ਗਈ ਸੀ। ਬਾਕੀ ਇਹ ਕਿ ਮੈਨੂੰ ਗੱਲ ਯਾਦ ਆਈ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਦਿਆਂ। ਹੋ ਸਕਦਾ ਤੁਹਾਨੂੰ ਵੀ ਗੱਲ ਅੱਛੀ ਲੱਗੇ ਤੇ ਤੁਹਾਨੂੰ ਹਾਸਾ ਵਗੈਰਾ ਆਵੇ, ਤੁਸੀਂ ਇੰਜੋਏ ਕਰ ਲਓ। ਬਾਕੀ ਅਗਰ ਨਾ ਵੀ ਅੱਛੀ ਲੱਗੀ ਹੋਵੇ ਫਿਰ ਵੀ ਕੋਸ਼ਿਸ਼ ਕਰੋ, ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਸਿਹਤ ਹੈ ਤੇ ਸਭ ਕੁਝ ਹੈ। ਅੱਲਾ ਹਾਫਿਜ਼।